ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅਫਗਾਨਿਸਤਾਨ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਦੇ ਵਿੱਚ ਬਣੇ ਹੋਏ ਗੁਰਦੁਆਰਾ ਸਾਹਿਬ ਗੁਰਦੁਆਰਾ ਕਰਤੇ ਪ੍ਰਵਾਨ ਦੇ ਉੱਪਰ ਇੱਕ ਅੱਤਵਾਦੀ ਜਥੇਬੰਦੀ ਦੇ ਵੱਲੋਂ ਹਮਲਾ ਕੀਤਾ ਗਿਆ। ਦਰਅਸਲ ਜੇਕਰ ਇਸ ਗੁਰਦੁਆਰੇ ਦੀ ਅਹਿਮੀਅਤ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਬਲ ਦੇ ਜਿਹੜੇ ਪ੍ਰਮੁੱਖ ਸਿੱਖ ਧਰਮ ਅਸਥਾਨ ਨੇ ਉਹਨਾਂ ਦੇ ਵਿੱਚ ਗਿਣਿਆ ਜਾਂਦਾ ਸੀ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਐਸੇ ਗੁਰ ਇਤਿਹਾਸਿਕ ਸਥਾਨ ਸਾਡੇ ਜਿਹੜੇ ਚਾਹੇ ਜਲਾਲਾਬਾਦ ਦੇ ਵਿੱਚ ਸਨ, ਸੁਲਤਾਨਪੁਰ ਦੇ ਵਿੱਚ ਸਨ, ਗਜਨੀ ਦੇ ਵਿੱਚ ਸਨ, ਕੰਧਾਰ ਦੇ ਵਿੱਚ ਸਨ ਜਾਂ ਅਫਗਾਨਿਸਤਾਨ ਦੇ ਹੋਰ ਕਈ ਸ਼ਹਿਰਾਂ ਦੇ ਵਿੱਚ ਸਨ, ਉਹ ਹੌਲੀ ਹੌਲੀ ਅਫਗਾਨਿਸਤਾਨ ਦੇ ਵਿੱਚ ਸ਼ੁਰੂ ਹੋਈ ਇਸ ਦੇਸ਼ੀ ਤੇ ਵਿਦੇਸ਼ੀ ਜੰਗ ਦੀ ਭੇਂਟ ਚੜ੍ਹ ਚੁੱਕੇ ਨੇ। ਪਰ ਇਹ ਇੱਕ ਜਿਹੜਾ ਅਹਿਮ ਗੁਰਦੁਆਰਾ ਅਸਥਾਨ ਸਾਡਾ ਸੀ, ਉਸ ਦੀ ਅਹਿਮੀਅਤ ਇੰਨੀ ਜ਼ਿਆਦਾ ਸੀ ਕਿ ਇਹ ਅਫਗਾਨਿਸਤਾਨ ਦੇ ਸਿੱਖਾਂ ਦੇ ਜਿਹੜੇ ਨੇ ਪ੍ਰਮੁੱਖ ਕੇਂਦਰੀ ਅਸਥਾਨ ਉਹਨਾਂ ਦੇ ਵਿੱਚ ਗਿਣਿਆ ਜਾਂਦਾ ਸੀ। ਔਰ ਸ਼ਾਇਦ ਇਸੇ ਕਰਕੇ ਹੀ ਜਿਹੜੇ ਅਫਗਾਨਿਸਤਾਨ ਦੇ ਸਦਰ ਨੇ, ਉਹ ਚਾਹੇ ਅਸ਼ਰਫ ਗਨੀ ਨੇ ਜਾਂ ਫਿਰ ਉਸ ਤੋਂ ਪਹਿਲਾਂ ਹਾਮਿਦ ਕਾਰਜ਼ਈ, ਉਹ ਸਾਰੇ ਹੀ ਇਸ ਗੁਰਦੁਆਰਾ ਸਾਹਿਬਾਨ ਆ ਚੁੱਕੇ ਹਨ। ਹੁਣ ਇਸ ਗੁਰਦੁਆਰਾ ਸਾਹਿਬਾਨ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਇੱਕ ਅੱਤਵਾਦੀ ਜਥੇਬੰਦੀ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਤਾਂ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਆਮ ਸਿੱਖ ਸੰਗਤ ਨੂੰ ਇਸ ਗੱਲ ਦਾ ਪਤਾ ਜ਼ਰੂਰ ਲੱਗਿਆ ਹੈ ਕਿ ਸਿੱਖ ਗੁਰਧਾਮਾਂ ਦੇ ਉੱਪਰ ਜਿਹੜੇ ਹੁਣ ਹਮਲੇ ਹੋਏ ਨੇ ਉਹਨਾਂ ਦੇ ਵਿੱਚ ਸ਼ਾਮਲ ਜਥੇਬੰਦੀ ਤੇ ਅਫਗਾਨਿਸਤਾਨ ਦੀ ਹਕੂਮਤ ਜਿਸ ਜਥੇਬੰਦੀ ਦੇ ਹੱਥ ਵਿੱਚ ਹੈ ਜਾਂ ਕਿ ਜਿਸ ਨੂੰ ਤਾਲਿਬਾਨ ਕਿਹਾ ਜਾਂਦਾ ਹੈ, ਉਹਨਾਂ ਦੇ ਵਿੱਚ ਕਾਫੀ ਅੰਤਰ ਹੈ। ਕਿਉਂਕਿ ਇਹ ਗੱਲ ਇਸ ਕਰਕੇ ਸਾਂਝੀ ਕਰਨੀ ਪੈ ਰਹੀ ਹੈ ਕਿਉਂਕਿ ਬਹੁਤ ਸਾਰੇ ਸਾਡੇ ਵੀਰ ਜਿਹੜੇ ਇਸ ਮੂਲ ਤੱਥ ਨੂੰ ਨਹੀਂ ਜਾਣਦੇ, ਉਹ ਕਈ ਵਾਰੀ ਇੱਕ ਧਿਰ ਨੂੰ ਜਿਹੜਾ ਉਹ ਨਿਸ਼ਾਨਾ ਬਣਾ ਲੈਂਦੇ ਨੇ। ਸੋ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇੱਕ ਅੱਤਵਾਦੀ ਜਥੇਬੰਦੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲਾ ਕੀਤਾ ਗਿਆ, ਪਰ ਤਾਲਿਬਾਨ ਹਕੂਮਤ ਨੇ ਉੱਥੇ ਗੁਰਦੁਆਰਾ ਸਾਹਿਬਾਨ ਦੇ ਪ੍ਰਤੀ ਜਿਹੜੀ ਸੀ ਆਪਣੀ ਜ਼ਿੰਮੇਵਾਰੀ ਉਹ ਇੱਕ ਜਿਸ ਤਰ੍ਹਾਂ ਸ਼ਾਸਕ ਤੇ ਜਿਸ ਤਰ੍ਹਾਂ ਪ੍ਰਬੰਧਕ ਨਿਭਾਉਂਦੇ ਨੇ ਉਸ ਤਰ੍ਹਾਂ ਨਿਭਾਈ। ਇੱਥੋਂ ਤੱਕ ਕਿ ਇੱਕ ਇਸਲਾਮ ਨਾਲ ਸੰਬੰਧਿਤ ਨੌਜਵਾਨ ਵੀਰ ਹੀ ਉਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਚਾਉਂਦਾ ਹੋਇਆ ਆਪਣੇ ਪ੍ਰਾਣਾਂ ਦੀ ਬਾਜੀ ਲਾ ਗਿਆ। ਜਿੱਥੋਂ ਤੱਕ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਹੋਂਦ ਦਾ ਸੰਬੰਧ ਹੈ, ਮੇਰੇ ਖਿਆਲ ਦੇ ਨਾਲ ਜੋ ਕੁਝ ਉੱਥੇ ਜਿਸ ਤਰ੍ਹਾਂ ਦੇ ਨਾਲ ਹਿੰਸਾਤਮਕ ਵਰਤਾਰੇ ਵਾਪਰੇ ਨੇ ਉਹਨਾਂ ਨੂੰ ਤੇ ਅਸੀਂ ਵੱਖ-ਵੱਖ ਪੱਧਰ ਤੋਂ ਕਿਤੇ ਨਾ ਕਿਤੇ ਅਧਿਐਨ ਕਰਨਾ ਹੀ ਹੁੰਦਾ ਹੈ। ਪਰ ਸਭ ਤੋਂ ਜ਼ਰੂਰੀ ਹੈ ਕਿ ਸਾਨੂੰ ਇਤਿਹਾਸ ਦਾ ਜ਼ਰੂਰ ਪਤਾ ਹੋਵੇ ਤੇ ਉਹਦੇ ਪ੍ਰਤੀ ਜਿਹੜੀ ਸਾਡੀ ਆਪਣੀ ਜ਼ਿੰਮੇਵਾਰੀ ਹੈ ਜਾਂ ਫਿਰ ਸਾਡੀਆਂ ਚੁਣੀਆਂ ਹੋਈਆਂ ਨੁਮਾਇੰਦਾ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ, ਉਸ ਨੂੰ ਇਸ ਸਾਰੀ ਘਟਨਾਕ੍ਰਮ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ, ਜਿਹਦੇ ਵਿੱਚ ਸਾਡੀ ਪ੍ਰਚਾਰਕ ਸ਼੍ਰੇਣੀ ਵੀ ਮੇਰੇ ਸਮੇਤ ਆ ਜਾਂਦੀ ਹੈ। ਮੈਂ ਕੱਲ ਇੱਕ ਮੰਚ ਦੇ ਉੱਪਰ ਵੀ ਇਹੀ ਗੱਲ ਕੀਤੀ ਸੀਗੀ ਔਰ ਉਹ ਕਿਤੇ ਨਾ ਕਿਤੇ ਇੱਕ ਸਟੇਟ ਲੈਵਲ ਦਾ ਜਿਹੜਾ ਇੱਕ ਫੰਕਸ਼ਨ ਸੀ ਤੇ ਪੰਜਾਬ ਤੋਂ ਬਾਹਰ ਹੋਣ ਕਰਕੇ ਕੁਝ ਸਿੱਖ ਵੀਰਾਂ ਨੇ ਇਸ ਗੱਲ ਤੇ ਇਤਰਾਜ਼ ਵੀ ਕੀਤਾ ਕਿ ਇੰਨੇ ਵੱਡੇ ਮੰਚ ਦੇ ਉੱਪਰ ਤੁਹਾਨੂੰ ਅਫਗਾਨਿਸਤਾਨ ਦੀ ਇਹ ਗੱਲ ਨਹੀਂ ਸੀ ਰੱਖਣੀ ਚਾਹੀਦੀ। ਪਰ ਮੇਰਾ ਇੱਕ ਅਸੂਲ ਹੈ ਕਿ ਮੈਂ ਕਦੀ ਇਹ ਨਹੀਂ ਵੇਖਿਆ ਕਿ ਮੈਨੂੰ ਦੁਬਾਰਾ ਇਸ ਸਟੇਜ ਜਾਂ ਮੰਚ ਦੇ ਉੱਪਰ ਬੁਲਾਇਆ ਜਾਂ ਸੱਦਿਆ ਜਾਂਦਾ ਹੈ ਜਾਂ ਨਹੀਂ। ਮੈਂ ਆਪਣੀ ਆਤਮਾ ਦੀ ਆਵਾਜ਼ ਸੁਣਦਾ ਔਰ ਉਹਦੇ ਕਰਕੇ ਕਈ ਵਾਰੀ ਮੈਂ ਇਕੱਲਾ ਵੀ ਰਹਿ ਜਾਂਦਾ, ਕਈ ਵਾਰੀ ਮੈਂ ਕਹਿ ਸਕਦੇ ਹੋ ਕਿਸੇ ਜਥੇਬੰਦਕ ਢਾਂਚੇ 'ਚ ਵੀ ਨਹੀਂ ਹੈਗਾ। ਸੋ ਮੇਰੇ ਇੱਕ ਗੱਲ ਹੈ ਕਿ ਜਿੱਥੇ ਸਿੱਖੀ ਦੀ ਹੋਂਦ ਜਾਂ ਜਿੱਥੇ ਸਿੱਖੀ ਦੇ ਵਾਸਤੇ ਕੋਈ ਚੁਣੌਤੀ ਹੈ ਉੱਥੇ ਖੜੇ ਹੋਣਾ ਸਿੱਖ ਦਾ ਜਿਹੜਾ ਉਹ ਫਰਜ਼ ਬਣਦਾ ਹੈ। ਜਦੋਂ ਅਸੀਂ ਅਫਗਾਨਿਸਤਾਨ ਦੇ ਵਿੱਚ ਸਿੱਖ ਕਹਿ ਸਕਦੇ ਹੋ ਕਿ ਹੋਂਦ ਦੀ ਗੱਲ ਕਰਦੇ ਹਾਂ ਤਾਂ ਸਿੱਖੀ ਦਾ ਬੂਟਾ ਅਫਗਾਨਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਲੱਗ ਚੁੱਕਾ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੇ ਪ੍ਰਚਾਰਕ ਫੇਰਿਆਂ ਦੇ ਦੌਰਾਨ ਅਫਗਾਨਿਸਤਾਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਜਦੋਂ ਸਿੱਖੀ ਦਾ ਪ੍ਰਚਾਰ ਕੀਤਾ ਤਾਂ ਬਹੁਤ ਸਾਰੇ ਲੋਕ ਸੀ ਜਿਹੜੇ ਉਹ ਸਿੱਖੀ ਦੇ ਨਾਲ ਜੁੜ ਗਏ। ਇਸੇ ਕਰਕੇ ਹੀ ਗੁਰੂ ਨਾਨਕ ਸਾਹਿਬ ਦੀਆਂ ਵੀ ਉੱਥੇ ਕੁਝ ਪਾਵਨ ਯਾਦਗਾਰਾਂ ਜਿਹੜੀਆਂ ਨੇ ਸੁਸ਼ੋਭਿਤ ਨੇ। ਇੱਥੋਂ ਤੱਕ ਕਿ ਕੁਝ ਇਤਿਹਾਸ ਦੇ ਨਾਲ ਜੁੜੇ ਹੋਏ ਤਬਰੁਕਾਤ ਜਿਹਨੂੰ ਅਸੀਂ ਆਰਟੀਫੈਕਟ ਕਹਿ ਦਿੰਦੇ ਹਾਂ ਉਹ ਵੀ ਉੱਥੇ ਸਨ ਜਿਹੜੇ ਅੱਜ ਨਹੀਂ ਹੈਗੇ। ਮਿਸਾਲ ਦੇ ਤੌਰ ਤੇ ਜਿਸ ਨੂੰ ਬਾਗੇ ਬਾਬਰ ਕਿਹਾ ਜਾਂਦਾ ਸੀਗਾ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਉਸ ਚੱਕੀ ਦਾ ਪੁੜ ਪਿਆ ਸੀਗਾ ਜਿਹੜੀ ਗੁਰੂ ਨਾਨਕ ਸਾਹਿਬ ਦੇ ਸਮੇਂ ਉਹਨਾਂ ਨੂੰ ਪੀਣ ਦੇ ਵਾਸਤੇ ਦਿੱਤੀ ਗਈ ਸੀ। ਸੋ ਦੂਸਰੀ ਗੱਲ
ਦੂਸਰੇ ਪਾਤਸ਼ਾਹ ਦੇ ਸਮੇਂ ਔਰ ਤੀਸਰੇ ਪਾਤਸ਼ਾਹ ਦੇ ਸਮੇਂ ਤਾਂ ਖਾਸ ਕਰਕੇ ਜਿਹੜਾ ਸੀਗਾ ਕਾਬਲ ਦੀਆਂ ਸੰਗਤਾਂ ਦੇ, ਪੰਜਾਬ ਦੀਆਂ ਸੰਗਤਾਂ ਦੇ ਨਾਲ ਇੰਨੇ ਗਹਿਰੇ ਸੰਬੰਧ ਬਣ ਗਏ ਕਿ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਤੀਸਰੇ ਪਾਤਸ਼ਾਹ ਨੂੰ ਭਾਈ ਪਾਰੋ ਜੀ ਨੇ ਕਿਹਾ ਸੀ ਕਿ ਅਸੀਂ ਇੱਕ ਖਾਸ ਵਿਸਾਖੀ ਦੇ ਉੱਪਰ ਸਿੱਖਾਂ ਦੀ ਮਿਲਣੀ ਦਾ ਪ੍ਰਬੰਧ ਕਰਿਆ ਕਰੀਏ, ਕਿਉਂਕਿ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਜਗ੍ਹਾ ਜਗ੍ਹਾ ਦੇ ਉੱਪਰ ਸੰਗਤਾਂ ਸਥਾਪਿਤ ਕੀਤੀਆਂ ਸੀ, ਉਹਨਾਂ ਦੇ ਵਿੱਚ ਆਪਸ ਦਾ ਮਿਲਾਪ ਹੋ ਸਕੇ। ਸੋ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਜਿਸ ਵੇਲੇ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ ਤਾਂ ਉਸ ਵੇਲੇ ਇੱਕ ਮਾਈ ਜਿਹੜੀ ਸੀ ਉਹ ਕਾਬਲ ਤੋਂ ਆ ਕੇ ਸੇਵਾ ਕਰਦੀ ਸੀ। ਸੋ ਤੀਸਰੇ ਪਾਤਸ਼ਾਹ ਦੇ ਸਮੇਂ ਇੱਕ ਸਭ ਤੋਂ ਮੈਂ ਕਹਿੰਦਾ ਕਿ ਇੱਕ ਅਹਿਮ ਪੱਖ ਜਿਹੜਾ ਉਹ ਉਜਾਗਰ ਹੋਇਆ ਕਿ ਕਾਬਲ ਦੇ ਜਿਹੜੇ ਲੋਕ ਸੀ ਉਹਨਾਂ ਦੇ ਰਿਸ਼ਤੇ ਜਿਹੜੇ ਸੀਗੇ ਉਹ ਪੰਜਾਬ ਦੇ ਸਿੱਖਾਂ ਦੇ ਨਾਲ ਬਣਨੇ ਸ਼ੁਰੂ ਹੋਏ। ਚੌਥੇ ਪਾਤਸ਼ਾਹ ਦੇ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਇੱਕ ਸਿੱਖੀ ਦਾ ਵਪਾਰਕ ਕੇਂਦਰ ਵੀ ਬਣ ਗਿਆ, ਜਿਹਦੇ ਕਰਕੇ ਵਪਾਰ ਦੇ ਦਰਵਾਜ਼ੇ ਵੀ ਖੁੱਲ ਗਏ ਤੇ ਕਾਬਲ ਦੇ ਸਿੱਖਾਂ ਨੇ ਜਿਹੜਾ ਉੱਥੇ ਜਿਹੜਾ ਪਦਾਰਥ ਜਿਹੜਾ ਪੈਦਾ ਹੁੰਦਾ ਸੀ ਜਾਂ ਜਿਹੜੀ ਉੱਥੋਂ ਦੀ ਉਪਜ ਸੀ, ਜਿਹਦੇ ਵਿੱਚ ਖਾਸ ਕਰਕੇ ਡਰਾਈ ਫਰੂਟ ਸੀ, ਖਾਸ ਕਰਕੇ ਕਾਬਲ ਦੇ ਵਧੀਆ ਅਰਬੀ ਘੋੜੇ ਸਨ, ਉਹਨਾਂ ਦਾ ਵਪਾਰ ਵੀ ਜਿਹੜਾ ਸ਼ੁਰੂ ਹੋ ਗਿਆ। ਔਰ ਛੇਵੇਂ ਪਾਤਸ਼ਾਹ ਦੇ ਸਮੇਂ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਸ ਕਹਿ ਸਕਦੇ ਹੋ ਕਿ ਸਬੰਧਾਂ ਦਾ ਸਿਖਰ ਇਸ ਤਰ੍ਹਾਂ ਦਾ ਬਣ ਗਿਆ ਕਿ ਚੰਗੇ ਜਿਹੜੇ ਸ਼ਸਤਰ ਸੀਗੇ ਔਰ ਚੰਗੇ ਜਿਹੜੇ ਘੋੜੇ ਸੀ ਤੇ ਘੋੜਿਆਂ ਦਾ ਸਾਜੋ ਸਮਾਨ ਜਿਹੜਾ ਸੀ ਉਹ ਵੀ ਉਸ ਧਰਤੀ ਤੋਂ ਆਉਣਾ ਸ਼ੁਰੂ ਹੋ ਗਿਆ। ਹੁਣ ਇੱਥੇ ਸਭ ਤੋਂ ਅਹਿਮ ਗੱਲ ਹੈ ਕਿ ਉੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਬਣੀਆਂ ਹੋਈਆਂ ਯਾਦਗਾਰਾਂ, ਉੱਥੇ ਤੀਸਰੇ ਪਾਤਸ਼ਾਹ ਦੀ ਗੋਦੜੀ, ਉੱਥੇ ਇੱਕ ਮੰਜੀ ਸਾਹਿਬ ਸਤਵੇਂ ਪਾਤਸ਼ਾਹ ਦਾ, ਉਹਦੇ ਤੋਂ ਇਲਾਵਾ ਉੱਥੇ ਛੇਵੇਂ ਪਾਤਸ਼ਾਹ ਦਾ ਚੋਲਾ, ਜਿਸ ਦੇ ਦਰਸ਼ਨ ਦੀਦਾਰ ਡਾਕਟਰ ਗੰਡਾ ਸਿੰਘ ਨੇ ਆਪਣੀ ਅਫਗਾਨਿਸਤਾਨ ਫੇਰੀ ਦੇ ਦੌਰਾਨ ਕੀਤੇ ਸੀ ਤੇ ਬਕਾਇਦਾ ਉਹਨਾਂ ਨੇ ਉਸ ਦੀ ਪਮਾਇਸ਼ ਕਰਕੇ ਵੀ ਦੱਸਿਆ ਸੀ ਕਿ ਉਸ ਚੋਲੇ ਤੋਂ ਹੀ ਗੁਰੂ ਸਾਹਿਬ ਦੇ ਸਰੀਰਕ ਡੀਲ ਡੌਲ ਦਾ ਜਿਹੜਾ ਪਤਾ ਲੱਗ ਜਾਂਦਾ। ਮੇਰੇ ਖਿਆਲ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਬਾਹਾਂ ਦੀ ਲੰਬਾਈ ਹੈ ਉਸ ਚੋਲੇ ਦੀਆਂ ਦੀ ਉਹ 36 ਇੰਚ ਸੀ ਸ਼ਾਇਦ। ਫਿਰ ਵੀ ਉਹਨਾਂ ਦੀ ਜਿਹੜੀ ਅਫਗਾਨਿਸਤਾਨ ਵਾਲੀ ਯਾਤਰਾ ਉਹਦੇ 'ਚ ਪੜ੍ਹ ਕੇ ਇਸ ਨੂੰ ਜਿਹੜਾ ਉਹ ਕਲੀਅਰ ਕੀਤਾ ਜਾ ਸਕਦਾ, ਕਿਉਂਕਿ ਮੇਰੇ ਕੋਲ ਇਸ ਲਈ ਕਿਤਾਬ ਨਹੀਂ ਹੈ, ਮੈਂ ਪੰਜਾਬ ਤੋਂ ਬਾਹਰ ਬੈਠਾ ਹੋਇਆ। ਉਸ ਤੋਂ ਅਗਲੀ ਗੱਲ ਜਿਹੜੀ ਸਭ ਤੋਂ ਅਹਿਮ ਸੀ ਕਿ ਇਹਦੇ ਤੋਂ ਇਲਾਵਾ ਤਕਰੀਬਨ 2 ਦਰਜਨ ਦੇ ਕਰੀਬ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਔਰ ਕੁਝ ਸਰੂਪ ਤਾਂ ਐਸੇ ਵੀ ਸਨ ਜਿਨ੍ਹਾਂ ਦੇ ਉੱਪਰ ਸਰੂਪ ਦੀ ਲਿਖਾਈ ਜਾਂ ਲਿਖਤ ਤੋਂ ਬਾਅਦ ਗੁਰੂ ਸਾਹਿਬਾਨ ਦੇ ਕੋਲੋਂ ਦਰਸ਼ਨ ਕਰਵਾ ਕੇ ਉਹਨਾਂ ਦੇ ਉੱਪਰ ਦਸਤਖਤ ਜਿਹੜੇ ਸੀ ਉਹ ਵੀ ਕਰਵਾਏ ਗਏ ਤੇ ਉਹ ਸਰੂਪ ਦੁਬਾਰਾ ਜਿਹੜੇ ਸੀ ਕਾਬਲ ਲਿਜਾਏ ਗਏ। ਔਰ ਅੱਜ ਮੇਰੇ ਖਿਆਲ ਦੇ ਨਾਲ 1-2 ਸਰੂਪ ਛੱਡ ਕੇ ਇਹ ਜਿੰਨਾ ਵੀ ਸਾਡਾ ਅਫਗਾਨਿਸਤਾਨ ਦੇ ਵਿੱਚ ਪਿਆ ਹੋਇਆ ਖਜ਼ਾਨਾ ਸੀ ਉਹ ਸਾਰਾ ਹੀ ਹੌਲੀ-ਹੌਲੀ ਖਤਮ ਹੋ ਚੁੱਕਾ ਹੈ। ਤੇ ਕਿਸੇ ਵੇਲੇ ਅਫਗਾਨਿਸਤਾਨ ਦੇ ਵਿੱਚ ਜਿਹੜੀ ਸਿੱਖਾਂ ਦੀ ਗਿਣਤੀ 2 ਲੱਖ ਤੋਂ ਲੈ ਕੇ 5 ਲੱਖ ਤੱਕ ਗਿਣੀ ਜਾਂਦੀ ਸੀ, ਉਹ ਹੁਣ ਕੁਝ ਸੈਂਕੜਿਆਂ ਦੀ ਗਿਣਤੀ ਵਿੱਚ ਰਹਿ ਗਈ ਹੈ, 150 ਜਾਂ 200। ਪਰ ਹੈਰਾਨਗੀ ਦੀ ਗੱਲ ਹੈ ਕਿ ਇੱਕ ਦੇਸ਼ ਦੇ ਵਿੱਚ ਉਸ ਦੇਸ਼ ਦੀਆਂ ਦੇਸ਼ੀ ਤੇ ਵਿਦੇਸ਼ੀ ਹਿੰਸਾਤਮਕ ਜਿਹੜੀਆਂ ਵਾਪਰੀਆਂ ਘਟਨਾਵਾਂ ਨੇ, ਉਹਦੇ ਵਿੱਚ ਇੱਕ ਘੱਟ ਗਿਣਤੀ ਕੌਮ ਦਾ ਇੰਨਾ ਵੱਡਾ ਕਤਲੇਆਮ ਹੋਇਆ ਤੇ ਉਸ ਘੱਟ ਗਿਣਤੀ ਕੌਮ ਦੇ ਸਾਰੇ ਜਿਹੜੇ ਪਵਿੱਤਰ ਤਬਰੁਕਾਤ, ਉਹਦੇ ਤੋਂ ਇਲਾਵਾ ਜਿੰਨੇ ਵੀ ਉਹਨਾਂ ਦੀਆਂ ਇਤਿਹਾਸਕ ਯਾਦਗਾਰਾਂ ਤੇ ਉਹਨਾਂ ਦੇ ਧਾਰਮਿਕ ਸਥਾਨ ਸੀ, ਉਹ ਸਾਰੇ ਹੀ ਤਹਿਸ ਨਹਿਸ ਹੋ ਗਏ। ਪਰ ਸਾਡੀ ਕੇਂਦਰੀ ਸੰਸਥਾ ਨੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾ ਲਈਏ ਜਾਂ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ, ਉਹਨਾਂ ਨੇ ਅਜੇ ਤੱਕ ਕੋਈ ਉਪਰਾਲਾ ਹੀ ਨਹੀਂ ਕੀਤਾ ਕਿ ਅਸੀਂ ਉਹਨਾਂ ਸਿੱਖਾਂ, ਉਹਨਾਂ ਗੁਰਧਾਮਾਂ ਤੇ ਆਪਣੀਆਂ ਪਾਵਨ ਯਾਦਗਾਰਾਂ ਦੀ ਕੋਈ ਸਾਂਭ ਸੰਭਾਲ ਜਿਹੜੀ ਹੈ ਕਰ ਸਕੀਏ। ਇੱਥੋਂ ਤੱਕ ਕਿ ਮੈਨੂੰ ਲੱਗਦਾ ਹੈ ਕਿ ਸਾਡੇ ਵਰਗੇ ਵੀ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਵਾਸਤੇ ਵੀ ਦਰਵਾਜ਼ੇ ਖੋਲ੍ਹਣੇ ਚਾਹੀਦੇ ਸੀਗੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਸਿੱਖੀ ਦਾ ਪ੍ਰਚਾਰ ਹੁੰਦਾ ਤੇ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਪੰਜਾਬ ਤੇ ਇਸ ਦੇਸ਼ ਦੇ ਵਿੱਚ ਵਸਦੇ ਹੋਏ ਸਿੱਖਾਂ ਦੇ ਨਾਲ ਜੁੜੀਆਂ ਰਹਿੰਦੀਆਂ। ਬੇਸ਼ੱਕ ਉਹ ਸਿੱਖ ਜਿਹੜੇ ਨੇ ਹਿਜਰਤ ਕਰਕੇ ਕੋਈ ਲੰਦਨ ਦੇ ਵਿੱਚ, ਇੰਗਲੈਂਡ ਦੇ ਵਿੱਚ, ਕੋਈ ਅਮਰੀਕਾ ਦੇ ਵਿੱਚ ਜਾਂ ਕੋਈ ਹੋਰ ਯੂਰਪ ਕੰਟਰੀ ਦੇ ਵਿੱਚ, ਇੱਥੋਂ ਤੱਕ ਕਿ ਦਿੱਲੀ ਦੇ ਵਿੱਚ ਵੀ ਕੁਝ ਆਏ ਬੈਠੇ ਨੇ, ਪਰ ਆ ਜਾ ਕੇ ਜੇਕਰ ਤੁਸੀਂ ਉਹਨਾਂ ਦੇ ਹਾਲਾਤ ਵੇਖਦੇ ਹੋ ਨਾ, ਤਾਂ ਜਿਹੜੀ ਜਿਸ ਤਰ੍ਹਾਂ ਦੀ ਆਰਥਿਕ ਹਾਲਤ ਉਹਨਾਂ ਦੀ ਅਫਗਾਨਿਸਤਾਨ ਦੇ ਵਿੱਚ ਸੀ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀ। ਕਿਤੇ ਤੁਸੀਂ ਉਹਨੂੰ ਮਿਲ ਕੇ ਉਹਨਾਂ ਦੇ ਦਰਦ ਦਾ, ਉਹਨਾਂ ਦੇ ਦੁੱਖ ਦਾ ਜਾਣਨ ਦਾ ਯਤਨ ਤਾਂ ਕਰੀਏ। ਪਰ ਅਫਸੋਸ ਇਹ ਹੈ ਕਿ ਅਸੀਂ ਸਮੂਹਿਕ ਤੌਰ ਤੋਂ ਉੱਪਰ ਕੋਈ ਵੀ ਐਸੀ ਸੰਸਥਾਗਤ ਤੌਰ ਦੇ ਉੱਪਰ ਕੋਈ ਉਪਰਾਲਾ ਹੀ ਨਹੀਂ ਕਰ ਸਕੇ ਕਿ ਅਸੀਂ ਉਹਨਾਂ ਨੌਜਵਾਨਾਂ ਦੇ ਨਾਲ ਜਾਂ ਉਹ ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਦੇ ਨਾਲ ਕੋਈ ਸੰਬੰਧ ਪੈਦਾ ਕਰ ਸਕਦੇ ਸੀਗੇ। ਤੁਸੀਂ ਵੇਖੋ ਕਿ ਜਦੋਂ ਬੇਸ਼ੱਕ ਸਿੱਖ 18ਵੀਂ ਸਦੀ ਦੇ ਵਿੱਚ ਮਿਸਲਾਂ ਦੇ ਵਿੱਚ ਵੰਡੇ ਹੋਏ ਸੀਗੇ ਔਰ ਇਸੇ ਪਾਸੇ ਤੋਂ ਹਮਲੇ ਹੋ ਰਹੇ ਸੀ, ਉਹਨਾਂ ਹਮਲਿਆਂ ਦੇ ਦੌਰਾਨ ਵੀ ਸਿੱਖ ਉਧਰ ਦੇ ਹਮਲਾਵਰਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਦੇ ਸੀ, ਪਰ ਉਹਦੇ ਬਾਵਜੂਦ ਵੀ ਜਿਹੜੀਆਂ ਸਾਡੀਆਂ ਉੱਥੇ ਧਾਰਮਿਕ ਇਮਾਰਤਾਂ, ਸਾਡੀਆਂ ਯਾਦਗਾਰਾਂ ਤੇ ਸਾਰੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪਈਆਂ ਸੀਗੀਆਂ, ਉਹਨਾਂ ਨੂੰ ਬਿਲਕੁਲ ਕੋਈ ਨੁਕਸਾਨ ਨਹੀਂ ਪਹੁੰਚਿਆ। ਜੇਕਰ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰੀਏ, ਬੇਸ਼ੱਕ ਉਧਰਲੇ ਪਾਸੇ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋ ਚੁੱਕੀ ਸੀ ਤੇ ਉਹਦੇ ਜਿਹੜੇ ਜਾਨਸ਼ੀਨ ਸੀ, ਜਿਨ੍ਹਾਂ ਦੇ ਵਿੱਚੋਂ ਫਤਿਹ ਖਾਨ ਹੈ, ਉਹ ਸ਼ੇਰ ਮੁਹੰਮਦ ਜਿਨ੍ਹਾਂ ਦੇ ਵਿੱਚੋਂ ਕਹਿ ਸਕਦੇ ਹੋ ਕਿ ਫਤਿਹ ਖਾਨ ਹੈ, ਤੇ ਫਤਿਹ ਖਾਨ ਬੇਸ਼ੱਕ ਇੰਨਾ ਤਾਕਤਵਰ ਸ਼ਾਸਕ ਨਹੀਂ ਹੋਇਆ, ਪਰ ਉਸ ਸਮੇਂ ਵੀ
ਬੇਸ਼ੱਕ ਸਿੱਖਾਂ ਦੀਆਂ ਉਹਨਾਂ ਦੇ ਨਾਲ ਲੜਾਈਆਂ ਹੁੰਦੀਆਂ ਰਹੀਆਂ ਨੇ, ਪਰ ਉਹਦੇ ਬਾਵਜੂਦ ਵੀ ਜਿਹੜੀਆਂ ਸਾਡੀਆਂ ਯਾਦਗਾਰਾਂ, ਸਾਡੇ ਧਾਰਮਿਕ ਸਥਾਨ ਤੇ ਸਾਡੇ ਗੁਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਸੀ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਔਰ ਉਹਦੇ ਵਿੱਚ ਇੱਕ ਪੱਖ ਹੋਰ ਵੀ ਇਹ ਹੈ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜਾ ਇੱਕ ਅਹਿਮ ਤੱਥ ਇਹ ਸੀ ਕਿ ਉਸ ਰਾਜ ਦੇ ਵਿੱਚ ਵੀ ਸਾਰੇ ਫਿਰਕਿਆਂ ਦੀਆਂ ਧਾਰਮਿਕ ਸਥਾਨਾਂ ਤੇ ਯਾਦਗਾਰਾਂ ਦੀ ਅਹਿਮੀਅਤ ਬਰਕਰਾਰ ਰੱਖੀ ਗਈ। ਪਰ ਦੂਜੇ ਬੰਨੇ ਰਾਜ ਸੱਤਾ ਜਦੋਂ ਤੁਹਾਡੇ ਕੋਲ ਹੋਵੇ ਤੇ ਦੂਜੇ ਪਾਸੇ ਵਿਰੋਧੀ ਨੂੰ ਇਸ ਗੱਲ ਦਾ ਡਰ ਵੀ ਹੁੰਦਾ ਹੈ ਕਿ ਜੇਕਰ ਅਸੀਂ ਇੱਥੇ ਵਸਣ ਵਾਲੇ ਲੋਕਾਂ ਦੀ ਕਿਸੇ ਧਾਰਮਿਕ ਯਾਦਗਾਰ ਜਾਂ ਉਹਨਾਂ ਦੀ ਕਿਸੇ ਧਾਰਮਿਕ ਨਿਸ਼ਾਨੀ ਦਾ ਕੋਈ ਨੁਕਸਾਨ ਕੀਤਾ ਤਾਂ ਜੋ ਕੁਝ ਸਾਡਾ ਉਹਨਾਂ ਦੇ ਕੋਲ ਹੈ ਉਹਦੇ ਵਾਈ ਫਿਰ ਉਹ ਨੁਕਸਾਨ ਹੋ ਸਕਦਾ ਹੈ। ਸੋ ਇੱਕ ਅਹਿਮ ਤੱਥ ਸੀਗਾ ਕਿ ਜੇਕਰ ਸਾਡੀਆਂ ਧਾਰਮਿਕ ਨਿਸ਼ਾਨੀਆਂ, ਸਾਡੀਆਂ ਯਾਦਗਾਰਾਂ ਜਿਹੜੀਆਂ ਨੇ ਉਹ ਸਾਰੀਆਂ ਅਫਗਾਨਿਸਤਾਨ ਦੇ ਵਿੱਚ ਸੀ, ਤਾਂ ਬਹੁਤ ਸਾਰੇ ਇਸਲਾਮ ਦੀਆਂ ਕੀਮਤੀ ਤਬਰੁਕਾਤ ਤੇ ਇਸਲਾਮ ਦੀਆਂ ਰਹਿਬਰਾਂ ਦੀਆਂ ਧਾਰਮਿਕ ਨਿਸ਼ਾਨੀਆਂ ਜਿਹੜੀਆਂ ਨੇ ਉਹ ਵੀ ਸਿੱਖ ਰਾਜ ਦੇ ਕੋਲ ਸੀ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਕਿਵੇਂ। ਜਦੋਂ ਬਾਬਰ ਹਿੰਦੁਸਤਾਨ ਦੇ ਵਿੱਚ ਆਇਆ ਤੇ ਇਹਦੇ ਤੋਂ ਪਹਿਲਾਂ ਉਸਨੇ ਤੁਰਕੀ ਦੇ ਇੱਕ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਸੀ ਤੇ ਉੱਥੋਂ ਦੇ ਹਾਕਮਾਂ ਨੇ ਬਹੁਤ ਸਾਰੀਆਂ ਐਸੀਆਂ ਕੀਮਤੀ ਨਿਸ਼ਾਨੀਆਂ ਜਿਹੜੀਆਂ ਇਸਲਾਮ ਧਰਮ ਦੇ ਬਾਨੀ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਸਾਹਿਬ ਦੇ ਜਾਂ ਉਹਨਾਂ ਦੇ ਜਵਾਈ ਹਜ਼ਰਤ ਅਲੀ ਜਾਂ ਫਿਰ ਉਹਨਾਂ ਦੇ ਦੋਤੇ ਹਜ਼ਰਤ ਹਸਨ ਤੇ ਹੁਸੈਨ ਜਾਂ ਫਿਰ ਉਹਨਾਂ ਦੀ ਬੇਟੀ ਫਾਤਮਾ, ਇਹਦੇ ਤੋਂ ਇਲਾਵਾ ਜਿਹੜੇ ਦਸਤਗੀਰ ਪੀਰ ਸਨ ਉਹਨਾਂ ਦੀਆਂ ਕੁਝ ਨਿਸ਼ਾਨੀਆਂ, ਇਹ ਸਾਰੀਆਂ ਨਿਸ਼ਾਨੀਆਂ ਬਾਬਰ ਆਪਣੇ ਉਹਨਾਂ ਕੋਲ ਲੈ ਕੇ ਨਾਲ ਹਿੰਦੁਸਤਾਨ ਲੈ ਆਇਆ। ਬਾਬਰ ਨੇ ਦਿੱਲੀ ਦੇ ਵਿੱਚ ਜਦੋਂ ਆਪਣੀ ਸਲਤਨਤ ਕਾਇਮ ਕੀਤੀ ਤੇ ਇਹ ਸਾਰੀਆਂ ਨਿਸ਼ਾਨੀਆਂ ਔਰੰਗਜ਼ੇਬ ਤੱਕ ਸੀਨਾ ਬਸੀਨਾ ਉਸ ਪਰਿਵਾਰਵਾਦ ਦੀ ਪੀੜ੍ਹੀ ਦੇ ਵਿੱਚ ਤੁਰੀਆਂ ਆਉਂਦੀਆਂ ਰਹੀਆਂ। ਪਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕਰਕੇ ਦਿੱਲੀ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਤਾਂ ਉਸ ਵੇਲੇ ਔਰੰਗਜ਼ੇਬ ਦੇ ਪਰਿਵਾਰ ਦੀਆਂ ਕੁਝ ਔਰਤਾਂ ਨੂੰ ਜ਼ਬਰੀ ਆਪਣੇ ਨਾਲ ਲੈ ਗਿਆ। ਉਹਨਾਂ ਦੇ ਵਿੱਚੋਂ ਇੱਕ ਬੇਗਮ ਸੀ ਜਿਹੜੀਆਂ ਇਹ ਸਾਰੇ ਕੀਮਤੀ ਨਿਸ਼ਾਨੀਆਂ ਨੂੰ ਲੈ ਕੇ ਆਪਣੇ ਨਾਲ ਹੀ ਅਬਦਾਲੀ ਦੇ ਨਾਲ ਤੁਰ ਪਈ। ਕਿਹਾ ਜਾਂਦਾ ਹੈ ਕਿ ਜੰਮੂ ਦੇ ਕੋਲ ਪਹੁੰਚ ਕੇ ਉਸ ਦੀ ਤਬੀਅਤ ਖਰਾਬ ਹੋ ਗਈ ਤੇ ਉਹ ਇਹਨਾਂ ਨਿਸ਼ਾਨੀਆਂ ਸਮੇਤ ਉੱਥੇ ਰੁਕ ਗਈ। ਉਸ ਤੋਂ ਬਾਅਦ ਉਸ ਦੀ ਆਰਥਿਕ ਹਾਲਤ ਇੰਨੀ ਖਰਾਬ ਹੋ ਗਈ ਕਿ ਉਹਨੇ ਕਿਸੇ ਨੂੰ ਕਿਹਾ ਕਿ ਮੈਂ ਇਹਨਾਂ ਨਿਸ਼ਾਨੀਆਂ ਨੂੰ ਵੇਚ ਕੇ ਜਾਂ ਗਹਿਣੇ ਰੱਖ ਕੇ ਕੁਝ ਸਮਾਂ ਆਪਣਾ ਜੀਵਨ ਨਿਰਵਾਹ ਕਰਨਾ ਚਾਹੁੰਦੀ ਹੈ। ਤੇ ਉਸ ਵੇਲੇ ਉਹ ਜਿਹੜੀਆਂ ਨਿਸ਼ਾਨੀਆਂ ਸੀ ਉਹ ਰਾਮਨਗਰ ਦੇ ਜਿਹੜੇ ਸੀਗੇ ਉਹ ਚੱਠਿਆਂ ਤੱਕ ਪਹੁੰਚੀਆਂ। ਰਾਮਨਗਰ ਦੇ, ਜਿਸ ਨੂੰ ਰਸੂਲ ਨਗਰ ਵੀ ਕਿਹਾ ਜਾਂਦਾ ਹੈ, ਉੱਥੋਂ ਦੇ ਚੱਠਿਆਂ ਦੇ ਉੱਪਰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਪ ਮਾਹ ਸਿੰਘ ਨੇ ਹਮਲਾ ਕੀਤਾ ਤੇ ਜਿੱਤਿਆ, ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਸੀ ਭਾਈ ਮਾਹ ਸਿੰਘ ਦੇ ਕੋਲ ਆ ਗਈਆਂ। ਹੁਣ ਹੈਰਾਨਗੀ ਦੀ ਗੱਲ ਹੈ ਕਿ ਇਸਲਾਮ ਦੀਆਂ ਇਹਨਾਂ ਪਵਿੱਤਰ ਨਿਸ਼ਾਨੀਆਂ ਦਾ ਭਾਈ ਮਾਹ ਸਿੰਘ ਨੇ ਕੋਈ ਨੁਕਸਾਨ ਨਹੀਂ ਕੀਤਾ। ਭਾਈ ਮਾਹ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਸਾਰਾ ਖਜ਼ਾਨਾ ਸੀ ਜਿਹੜਾ ਸੀ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਕੋਲ ਆ ਗਿਆ। ਰਣਜੀਤ ਸਿੰਘ ਨੇ ਬੇਸ਼ੱਕ ਆਪਣੀ ਜਿਹੜੀ ਰਾਜਧਾਨੀ ਸੀ ਲਾਹੌਰ ਨੂੰ ਬਣਾਇਆ, ਪਰ ਇਹਨਾਂ ਵਸਤਾਂ ਨੂੰ ਕੀਮਤੀ ਜਾਣ ਕੇ ਇਹਨਾਂ ਦੀ ਜਿਹੜੀ ਸਪੁਰਦਗੀ ਸੀ ਉਸਨੇ ਆਪਣੀ ਸੱਸ ਬੀਬੀ ਸਦਾ ਕੌਰ ਨੂੰ ਦੇ ਦਿੱਤੀ। ਬੀਬੀ ਸਦਾ ਕੌਰ ਨੇ ਕੁਝ ਸਮਾਂ ਇਹ ਜਿਹੜੀਆਂ ਨਿਸ਼ਾਨੀਆਂ ਸੀਗੀਆਂ ਉਹ ਦਸੂਹੇ ਦੀ ਆਪਣੀ ਬਾਰਾਂਦਰੀ ਦੇ ਵਿੱਚ ਰੱਖੀਆਂ ਔਰ ਉਸ ਵੇਲੇ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ ਇਹਨਾਂ ਵਸਤਾਂ ਨੂੰ ਵੇਖਣ ਦੇ ਵਾਸਤੇ ਜਾਂ ਜ਼ਿਆਰਤ ਦੇ ਵਾਸਤੇ ਆਇਆ ਕਰਦੇ ਸਨ। ਉਸ ਤੋਂ ਬਾਅਦ ਇਹ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਵਸਤਾਂ ਉਹ ਸ਼ੇਰ ਸਿੰਘ ਦੇ ਕੋਲ ਆ ਗਈਆਂ। ਮਹਾਰਾਜਾ ਸ਼ੇਰ ਸਿੰਘ ਨੇ ਇਹਨਾਂ ਨੂੰ ਬਟਾਲੇ ਦਾ ਮਹੱਲ, ਜਿਹੜੇ ਇੱਥੇ ਅੱਜ ਕ੍ਰਿਸਚਨਾਂ ਦੇ ਵੱਲੋਂ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ਸਥਾਪਿਤ ਕੀਤਾ ਗਿਆ, ਉਹਦੇ ਵਿੱਚ ਰੱਖਿਆ। ਔਰ ਉਸ ਵੇਲੇ ਵੀ ਮੁਸਲਮਾਨਾਂ ਨੂੰ ਇਜਾਜ਼ਤ ਸੀ ਕਿ ਉਹ ਜਦੋਂ ਵੀ ਚਾਹਣ ਇਹਨਾਂ ਆਪਣੀਆਂ ਪਵਿੱਤਰ ਨਿਸ਼ਾਨੀਆਂ ਦੇ ਆ ਕੇ ਦਰਸ਼ਨ ਦੀਦਾਰ ਕਰ ਸਕਦੇ ਨੇ। ਉਸ ਤੋਂ ਅੱਗੇ ਚੱਲਦੇ ਆ ਕਿ ਜਦੋਂ ਰਣਜੀਤ ਸਿੰਘ ਦੇ ਰਾਜ ਦਾ ਅੰਤ ਹੁੰਦਾ, ਇਹ ਸਾਰੀਆਂ ਨਿਸ਼ਾਨੀਆਂ ਮਹਾਰਾਣੀ ਜਿੰਦਾ ਦੇ ਕੋਲ ਆਈਆਂ ਤੇ ਮਹਾਰਾਣੀ ਜਿੰਦਾ ਨੇ ਲਾਹੌਰ ਦੇ ਤੋਸ਼ੇਖਾਨੇ ਵਿੱਚ ਰੱਖ ਕੇ ਇਸ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਫਕੀਰ ਨੂਰਉਦੀਨ ਨੂੰ ਦੇ ਦਿੱਤੀ। ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਸਾਰੇ ਇਸ ਰਾਜ ਦੇ ਉੱਪਰ ਕਬਜ਼ਾ ਕਰ ਲਿਆ ਤਾਂ ਅੰਗਰੇਜ਼ਾਂ ਦੇ ਵਾਇਸਰਾਏ ਦਾ ਜਿਹੜਾ ਅਧਿਕਾਰੀ ਸੀ ਉਸ ਨੇ ਇਹਨਾਂ ਸਾਰੀਆਂ ਨਿਸ਼ਾਨੀਆਂ ਦੀ ਗਿਣਤੀ ਕਰਕੇ ਇਹ ਇਸਲਾਮ ਨੂੰ ਸੌਂਪ ਦਿੱਤੀਆਂ ਤੇ ਜਿਹੜੀਆਂ ਅੱਜ ਬਾਦਸ਼ਾਹੀ ਮਸਜਿਦ ਲਾਹੌਰ ਦੇ ਵਿੱਚ ਪਈਆਂ ਹੋਈਆਂ ਨੇ। ਸੋ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਰਣਜੀਤ ਸਿੰਘ ਨੇ ਜਦੋਂ ਉਹ ਸਿੱਖਾਂ ਦਾ ਕਹਿ ਸਕਦੇ ਹੋ ਕਿ ਰਾਜ ਸੀ ਤਾਂ ਉਹਨਾਂ ਨੇ ਇਸਲਾਮ ਦੀਆਂ ਇਹਨਾਂ ਪਵਿੱਤਰ ਨਿਸ਼ਾਨੀਆਂ ਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਦੇ ਨਾਲ ਰੱਖਿਆ। ਔਰ ਉਹਦੇ ਪਿੱਛੇ ਇਹ ਵੀ ਕਾਰਨ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਰਾਜ ਸੱਤਾ ਹੁੰਦੀ ਹੈ, ਜਦੋਂ ਤੁਹਾਡੇ ਕੋਲ ਰਾਜ ਹੁੰਦਾ ਹੈ ਤਾਂ ਬੇਸ਼ੱਕ ਗੈਰ ਦੇ ਕਿਸੇ ਰਾਜ ਦੇ ਵਿੱਚ ਵੀ ਤੁਹਾਡੀ ਕੌਮੀਅਤ ਵਸ ਰਹੀ ਹੋਵੇ, ਤੁਹਾਡੀ ਕੌਮੀਅਤ ਦੇ ਧਰਮ ਸਥਾਨ ਹੋਣ ਜਾਂ ਫਿਰ ਤੁਹਾਡੀ ਕੌਮੀਅਤ ਦੇ ਪੁਰਾਣੇ ਬਜ਼ੁਰਗਾਂ ਦੀਆਂ ਜਾਂ ਤੁਹਾਡੇ ਰਹਿਬਰਾਂ ਦੀਆਂ ਨਿਸ਼ਾਨੀਆਂ ਹੋਣ, ਉਹਨਾਂ ਦਾ ਨੁਕਸਾਨ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਜੇ ਘੱਟ ਗਿਣਤੀ ਕੌਮ ਦਾ ਇੱਕ ਆਪਣਾ ਰਾਜ ਹੁੰਦਾ ਹੈ, ਉਹਨਾਂ ਦੇ ਕੋਲ ਆਪਣੀ ਇੱਕ ਰਾਜ ਸੱਤਾ ਹੁੰਦੀ ਹੈ ਤੇ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਜਾਂ ਧਾਰਮਿਕ ਸਥਾਨਾਂ ਨੂੰ ਖਤਮ ਕਰਨਾ ਇੰਨਾ ਸੌਖਾ ਨਹੀਂ ਹੁੰਦਾ। ਸੋ ਅੱਜ ਤਾਂ ਬਾਰ-ਬਾਰ ਸਾਨੂੰ ਉਸ ਅਲਬੇਲੇ ਕਵੀ ਦੀ ਗੱਲ ਯਾਦ ਆਉਂਦੀ ਹੈ ਕਿ ਬਹੁੜੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ। ਸੋ ਜਦੋਂ ਵੀ ਇਵੇਂ ਦੇ ਵਰਤਾਰੇ ਵਾਪਰਦੇ ਨੇ ਇਹ ਗੱਲਾਂ ਜ਼ਰੂਰ ਚੇਤੇ ਆਉਂਦੀਆਂ ਨੇ। ਪਰ ਇਸ ਵਾਰੀ ਇੱਕ ਪੱਖ ਨੂੰ ਸਮਝਣ ਦੀ ਬਹੁਤ ਹੀ ਅਹਿਮ ਲੋੜ ਹੈ। ਉਹ ਅਹਿਮ ਲੋੜ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਹਮਲਾ ਹੋਇਆ ਹੈ
ਉਸ ਹਮਲੇ ਦੇ ਵਿੱਚ ਬਕਾਇਦਾ ਤੌਰ ਦੇ ਉੱਪਰ ਇੱਕ ਤਾਲਿਬਾਨ ਹਕੂਮਤ ਦੇ ਨਾਲ ਸੰਬੰਧਿਤ ਜਿਹੜਾ ਗਾਰਡ ਸੀ, ਜਿਹੜਾ ਖਾਸ ਕਰਕੇ ਰਾਖੀ ਕਰਦਾ ਸੀ ਗੁਰਦੁਆਰਾ ਸਾਹਿਬਾਨ ਦੀ, ਉਸ ਨੇ ਵੀ ਆਪਣੀ ਜਿਹੜੀ ਆ ਪ੍ਰਾਣਾਂ ਦੀ ਬਾਜੀ ਲਗਾ ਦਿੱਤੀ ਹੈ। ਉਸ ਤੋਂ ਬਾਅਦ ਤਾਲਿਬਾਨ ਹਕੂਮਤ ਦੇ ਨੁਮਾਇੰਦਿਆਂ ਨੇ ਬਕਾਇਦਾ ਤੌਰ ਦੇ ਉੱਪਰ ਸਿੱਖਾਂ ਦੇ ਨਾਲ ਮੁਲਾਕਾਤ ਵੀ ਕੀਤੀ ਔਰ ਉਹਨਾਂ ਨੂੰ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਜਿੱਥੇ ਸਫਾਈ ਕਰਵਾਈ ਜਾਵੇਗੀ ਉੱਥੇ ਨਾਲ ਹੀ ਜੇਕਰ ਗੁਰਦੁਆਰਾ ਸਾਹਿਬ ਦੀ ਦੁਬਾਰਾ ਤਮੀਰ ਕੀਤੀ ਜਾਂਦੀ ਹੈ ਤਾਂ 1.5 ਲੱਖ ਜਿਹੜੀ ਹੈ ਅਫਗਾਨਿਸਤਾਨ ਦੀ ਕਰੰਸੀ ਜਿਹੜੀ ਹੈ ਉਹ ਜਿਹੜੀ ਹੈ ਸਿੱਖਾਂ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਿੱਖਾਂ ਨੂੰ ਹੋਰ ਕਿਸੇ ਮਦਦ ਦੀ ਲੋੜ ਹੋਵੇ ਤਾਂ ਉਹ ਮਦਦ ਜਿਹੜੀ ਹੈ ਉਹ ਵੀ ਜਿਹੜੀ ਆ ਸਿੱਖਾਂ ਦੇ ਵਾਸਤੇ ਅਸੀਂ ਹਾਜ਼ਰ ਹੈ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਦੁਬਾਰਾ ਤਮੀਰ ਆ ਉਹਦੇ ਵਿੱਚ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਇਹਦੇ ਵਿੱਚ ਇੱਕ ਗੱਲ ਬੜੀ ਅਹਿਮ ਹੈ ਕਿ ਜਿਸ ਵੇਲੇ ਹੁਣ ਜਿਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਜਿਸ ਜਥੇਬੰਦੀ ਨੇ ਲਈ ਹੈ, ਜਿਸ ਨੂੰ ISI ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਕਿਹਾ ਜਾਂਦਾ ਹੈ, ਉਹਦਾ ਇੱਕ ਵਿਸ਼ੇਸ਼ ਗਰੁੱਪ ਜਿਹੜਾ ISIK ਜਿਹਦੇ ਨਾਲ ਖੁਰਾਸਾਨ ਸ਼ਬਦ ਲੱਗਦਾ ਹੈ, ਉਹਦੇ ਬਾਰੇ ਪਿਛਲੇ ਸਮੇਂ ਦੇ ਵਿੱਚ ਵੀ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਰਿਪੋਰਟਾਂ ਜਿਹੜੀਆਂ ਸੀ ਉਹ ਆ ਚੁੱਕੀਆਂ ਸਨ, ਜਿਨ੍ਹਾਂ ਦੇ ਵਿੱਚ ਇਹ ਗੱਲ ਸੀ, ਬੇਸ਼ੱਕ ਉਹ ਇੱਕ ਆਊਟਲੁੱਕ ਮੈਗਜ਼ੀਨ ਦੇ ਵਿੱਚ ਵੀ ਛਪਿਆ ਸੀ, ਇੱਕ ਦੋ ਹੋਰ ਮੈਗਜ਼ੀਨਾਂ ਦੇ ਵਿੱਚ ਛਪਿਆ ਸੀ ਕਿ ਭਾਰਤ ਦੇ ਸੂਬੇ ਕੇਰਲ ਤੇ ਬੰਗਾਲ ਤੋਂ ਤਕਰੀਬਨ ਕੋਈ 66 ਦੇ ਕਰੀਬ ਜਿਹੜੇ ਨੌਜਵਾਨ ਨੇ ਉਹ ਭਗੌੜੇ ਹੋ ਕੇ ਜਿਹੜੇ ਨੇ ਉਹ ISIK ਦੇ ਮੈਂਬਰ ਬਣ ਚੁੱਕੇ ਨੇ, ਜਿਨ੍ਹਾਂ ਦੇ ਨਾਵਾਂ ਦੇ ਨਾਲ ਹਿੰਦਵੀ ਸ਼ਬਦ ਹੀ ਵਰਤਿਆ ਜਾਂਦਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਜਦੋਂ ਇੱਕ ਗੁਰਧਾਮ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਇੱਕ ਫਦਾਇਨ ਹਮਲਾ ਹੋਇਆ ਸੀਗਾ ਤਾਂ ਉਸ ਵੇਲੇ ਵੀ ਜਿਹੜਾ ਵਿਅਕਤੀ ਇਸ ਫਦਾਇਨ ਹਮਲੇ ਦੇ ਵਿੱਚ ਸ਼ਾਮਲ ਸੀ ਉਸ ਦਾ ਸੰਬੰਧ ਵੀ ਹਿੰਦੁਸਤਾਨ ਦੇ ਨਾਲ ਸੀ। ਸੋ ਇਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਉੱਥੇ ਜਿਹੜੀ ISIK ਜਿਸ ਨੂੰ ਕਿਹਾ ਜਾਂਦਾ ਹੈ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਔਰ ਉਸ ਦੇ ਅੱਗੇ ਖੁਰਾਸਾਨ ਲੱਗਦਾ ਹੈ, ਉਹਦੇ ਵਿੱਚ ਬਹੁਤ ਸਾਰੇ ਐਸੇ ਲੋਕ ਸ਼ਾਮਲ ਨੇ ਜਿਨ੍ਹਾਂ ਦਾ ਸੰਬੰਧ ਏਸ਼ੀਆਈ ਦੇਸ਼ਾਂ ਦੇ ਨਾਲ ਹੈ ਔਰ ਉਹਨਾਂ ਦੇ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਹ ਜਿਹੜਾ ਕਾਰਨਾਮਾ ਇਸ ਕਰਕੇ ਕੀਤਾ ਹੈ ਕਿਉਂਕਿ ਜਿਹੜੇ ਹਿੰਦੁਸਤਾਨ ਦੀ ਸਥਾਪਤੀ ਦੇ ਵਿੱਚ ਜਾਂ ਸਥਾਪਿਤ ਰਾਜਨੀਤਿਕ ਧਿਰਿਆ ਉਹਨਾਂ ਦੇ ਜਿਹੜੇ ਬੁਲਾਰਿਆਂ ਦੇ ਵੱਲੋਂ ਮੁਹੰਮਦ ਸਾਹਿਬ ਦੇ ਬਾਰੇ ਜਿਹੜੀ ਸੀ ਅਪਸ਼ਬਦਾਵਲੀ ਵਰਤੀ ਗਈ। ਹੁਣ ਇਹਦੇ 'ਚ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਇਹ ਪੈਦਾ ਹੁੰਦਾ ਹੈ ਕਿ ਇੰਨੇ ਸਮੇਂ ਤੋਂ ਵਿਦੇਸ਼ਾਂ ਦੇ ਵਿੱਚ ਕਾਰਜ ਕਰ ਰਹੇ ਸਾਡੇ ਪ੍ਰਚਾਰਕ, ਸਾਡੀਆਂ ਜਥੇਬੰਦੀਆਂ, ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਤੇ ਸਾਡੀਆਂ ਸਿੱਖ ਸੰਸਥਾਵਾਂ ਕੀ ਅਜੇ ਤੱਕ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਹ ਨਹੀਂ ਦੱਸ ਸਕੀਆਂ ਕਿ ਜਿਹੜੇ ਸਿੱਖ ਨੇ ਉਹ ਇੱਕ ਵੱਖਰੀ ਕੌਮ ਨੇ ਤੇ ਜਿਸ ਕੌਮ ਨੇ ਮੁਹੰਮਦ ਸਾਹਿਬ ਦੇ ਬਾਰੇ ਅਪਸ਼ਬਦਾਵਲੀ ਵਰਤੀ ਹੈ ਉਹਨਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ। ਦੂਸਰੀ ਗੱਲ ਇਹ ਹੈ ਕਿ ਇੱਕ ਗੱਲ ਤੇ ਮੈਂ ਹੋਰ ਵੀ ਕਿਤੇ ਨਾ ਕਿਤੇ ਉਸ ਨੂੰ ਗਹਿਰਾਈ ਦੇ ਨਾਲ ਸੋਚਣਾ ਚਾਹੀਦਾ ਸਾਨੂੰ ਵੀ, ਤੇ ਮੈਂ ਵੀ ਕਿਤੇ ਨਾ ਕਿਤੇ ਬੜੀ ਸੰਜੀਦਗੀ ਨਾਲ ਉਸ ਗੱਲ ਨੂੰ ਵੇਖਣ ਦਾ ਯਤਨ ਕੀਤਾ ਕਿ ਜਦੋਂ ਭਾਜਪਾ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਡੇ ਬਹੁਤ ਸਾਰੇ ਸਿੱਖਾਂ ਦੀਆਂ ਤਸਵੀਰਾਂ ਅਕਸਰ ਮੀਡੀਆ ਦੇ ਵਿੱਚ ਛਪਦੀਆਂ ਨੇ ਤਾਂ ਵਿਦੇਸ਼ਾਂ ਦੇ ਵਿੱਚ ਇਹੀ ਸੰਦੇਸ਼ ਜਾਂਦਾ ਹੈ ਕਿ ਜਿਹੜੀ ਪੰਜਾਬ ਜਾਂ ਹਿੰਦੁਸਤਾਨ ਜਾਂ ਇਹਨਾਂ ਖਿੱਤਿਆਂ ਦੇ ਵਿੱਚ ਘੱਟ ਗਿਣਤੀ ਕੌਮੀਅਤਾਂ ਦੇ ਉੱਪਰ ਜਿਹੜੀ ਇਸ ਤਰ੍ਹਾਂ ਦੇ ਨਾਲ ਜੁਰਮ ਢਾਉਣ ਵਾਲੀ ਜਿਹੜੀ ਇੱਕ ਤਰ੍ਹਾਂ ਦੀ ਰਾਜਨੀਤਿਕ ਪਾਰਟੀ ਹੈ ਉਹਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ ਵੀ ਵੱਡੀ ਪੱਧਰ ਦੇ ਉੱਪਰ ਹੈ। ਪਰ ਇਹ ਜਿਹੜੇ ਸਾਰੇ ਵਰਤਾਰੇ ਨੇ ਸਾਨੂੰ ਇਹਨਾਂ ਉੱਪਰ ਬਹੁਤ ਹੀ ਸੰਜੀਦਗੀ ਦੇ ਨਾਲ ਵਿਚਾਰਨ ਦੀ ਲੋੜ ਹੈ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਕੋਈ ਇੱਕ ਅੰਸ਼ ਜਿਹੜਾ ਹੈ ਉਹ ਉਹਨਾਂ ਦੇ ਕਿਸੇ ਵੀ ਧਾਰਮਿਕ ਰਹਿਬਰ ਦੇ ਉੱਪਰ ਗਲਤ ਟਿੱਪਣੀ ਕਰਦਾ ਹੈ ਤੇ ਉਹਦਾ ਇਵਜ਼ਾਨਾ ਜਿਹੜਾ ਉਹ ਸਿੱਖਾਂ ਨੂੰ ਕਿਉਂ ਭੁਗਤਣਾ ਪੈ ਰਿਹਾ। ਦੂਸਰੀ ਗੱਲ ਕੀ ਸਾਡੀਆਂ ਸੰਸਥਾਵਾਂ ਸਿੱਖ ਇੱਕ ਵੱਖਰੀ ਕੌਮ ਦਾ ਸੰਕਲਪ ਅਜੇ ਤੱਕ ਦੁਨੀਆ ਨੂੰ ਦਸਾਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਨਾਕਾਮਯਾਬ ਰਹੀਆਂ ਨੇ। ਸੋ ਇਹ ਸਾਰੇ ਸਵਾਲ ਨੇ ਜਿਹੜੇ ਸਾਡੇ ਸਭ ਦੇ ਦਰਪੇਸ਼ ਨੇ ਤੇ ਇਹਨਾਂ ਸਾਰਿਆਂ ਨੂੰ ਬਹੁਤ ਹੀ ਧਿਆਨ ਦੇ ਨਾਲ ਸਾਨੂੰ ਵਾਚਣਾ ਪਵੇਗਾ। ਪਰ ਇੱਥੇ ਇੱਕ ਗੱਲ ਸਮਝਣ ਵਾਲੀ ਬਹੁਤ ਜਿਹੜੀ ਅਹਿਮ ਹੈ ਉਹ ਇਹ ਵੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਤਾਲਿਬਾਨ ਹਕੂਮਤ ਆਈ ਸੀ ਤਾਂ ਉਸ ਵੇਲੇ ਉਹਨਾਂ ਨੇ ਵੀ ਘੱਟ ਗਿਣਤੀਆਂ ਦੇ ਉੱਪਰ ਬਹੁਤ ਸਾਰੇ ਜਿਹੜੇ ਸੀਗੇ ਉਹ ਜ਼ੁਲਮ ਕੀਤੇ ਸੀ। ਉਹਨਾਂ ਸਮਿਆਂ ਦੇ ਵਿੱਚ ਵੀ ਕੁਝ ਸਿੱਖਾਂ ਦੇ ਗੁਰਧਾਮਾਂ ਨੂੰ ਨੁਕਸਾਨ ਪਹੁੰਚਿਆ ਸੀ ਔਰ ਉਹਦੇ ਤੋਂ ਇਲਾਵਾ ਬਕਾਇਦਾ ਤੌਰ ਤੇ ਉੱਥੇ ਤਾਂ ਸਿੱਖਾਂ ਨੂੰ ਆਪਣੇ ਅੰਤਮ ਸੰਸਕਾਰ ਕਰਨ ਦੇ ਵਾਸਤੇ ਕਹਿ ਸਕਦੇ ਹੋ ਕਿ ਇੱਕ ਰਾਖਵੀਂ ਜਗ੍ਹਾ ਲੈਣ ਦੇ ਵਾਸਤੇ ਵੀ ਬਹੁਤ ਸੰਘਰਸ਼ ਕਰਨਾ ਪਿਆ ਸੀ ਔਰ ਕਈ ਵਾਰ ਤੇ ਜੇ ਕਿਤੇ ਸਿੱਖ ਦਾ ਕੋਈ ਅਕਾਲ ਚਲਾਣਾ ਹੋ ਜਾਂਦਾ ਸੀ ਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਤੁਸੀਂ ਆਪਣੀ ਲਾਸ਼ ਨੂੰ ਪਾਕਿਸਤਾਨ ਲੈ ਜਾਓ ਪਰ ਅਸੀਂ ਅਫਗਾਨਿਸਤਾਨ ਦੀ ਧਰਤੀ ਦੇ ਉੱਪਰ ਇਸ ਨੂੰ ਦਫਨ ਨਹੀਂ ਕਰਨ ਦੇਵਾਂਗੇ ਕਿਉਂਕਿ ਅਸੀਂ ਇਸ ਨੂੰ ਦਾਰੁਲ ਇਸਲਾਮ ਬਣਾ ਚੁੱਕੇ ਹਾਂ। ਪਰ ਉਸ ਤੋਂ ਬਾਅਦ ਜਦੋਂ ਤਾਲਿਬਾਨ ਦੀ ਹਕੂਮਤ ਜਾਂਦੀ ਹੈ ਤੇ ਦੁਬਾਰਾ ਅਮਰੀਕਾ ਦੇ ਜਾਣ ਤੋਂ ਬਾਅਦ ਉਹ ਰਾਜ ਸੱਤਾ ਦੇ ਉੱਪਰ ਕਾਬਜ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਹੁਤ ਸਾਰਾ ਬਦਲਾਅ ਆ ਚੁੱਕਾ ਔਰ ਇਸ ਵਾਰੀ ਉਹ ਇੱਕ ਚੰਗੇ ਪ੍ਰਬੰਧਕ ਵਾਂਗੂ ਕਹਿ ਸਕਦੇ ਹੋ ਕਿ ਉੱਥੇ ਆਪਣੇ ਪ੍ਰਸ਼ਾਸਨ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਨਿਭਾ ਰਹੇ ਨੇ। ਇਸੇ ਕਰਕੇ ਇਸ ਵਾਰੀ ਉਹਨਾਂ ਨੇ ਉੱਥੇ ਸਿੱਖਾਂ ਦੇ ਨਾਲ ਹਮਦਰਦੀ ਭਰਾ ਜਿਹੜਾ ਰਵੱਈਆ ਉਹ ਰੱਖਿਆ ਤੇ ਮੈਨੂੰ ਲੱਗਦਾ ਹੈ ਕਿ ਇਵੇਂ ਦੇ ਘਟਨਾਕ੍ਰਮ ਤੋਂ ਬਾਅਦ ਜਦੋਂ ਇਵੇਂ ਦਾ ਧਰਾਤਲ ਜਿਹੜਾ
ਉਹ ਬਣਿਆ ਹੋਵੇ, ਉੱਥੇ ਹੁਣ ਸਿੱਖ ਜਿਹੜੀਆਂ ਨੁਮਾਇੰਦਾ ਸੰਸਥਾਵਾਂ ਨੇ ਉਹਨਾਂ ਨੂੰ ਤਾਲਿਬਾਨ ਹਕੂਮਤ ਨਾਲ ਗੱਲ ਕਰਕੇ ਕਿਤੇ ਨਾ ਕਿਤੇ ਸਿੱਖਾਂ ਦੇ ਮੁੜ ਵਸੇਬੇ ਦੀ ਜਿਹੜੀ ਗੱਲ ਹੈ ਉੱਥੇ ਜ਼ਰੂਰ ਚਲਾਉਣੀ ਚਾਹੀਦੀ ਹੈ। ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਅਫਗਾਨਿਸਤਾਨ ਦੇ ਬਹੁਤ ਸਾਰੇ ਸਿੱਖਾਂ ਨੂੰ ਮਿਲਦਾ ਹਾਂ ਤੇ ਉਹ ਜਦੋਂ ਅਫਗਾਨਿਸਤਾਨ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਅਫਗਾਨਿਸਤਾਨ ਦੇ ਮੁਸਲਮਾਨਾਂ ਦੇ ਨਾਲ ਸਾਡੇ ਇੰਨੇ ਚੰਗੇ ਸਬੰਧ ਸਨ ਕਿ ਉਹ ਆਪਣਾ ਪੈਸਾ ਬੈਂਕ ਦੇ ਵਿੱਚ ਨਹੀਂ ਸੀ ਰੱਖਦੇ, ਬਲਕਿ ਬਿਨਾਂ ਗਿਣਿਆ ਹੀ ਪੈਸੇ ਜਿਹੜੇ ਸੀ ਸਾਨੂੰ ਫੜਾ ਜਾਂਦੇ ਸੀ ਔਰ 2-2 3-3 ਸਾਲ ਉਹਨਾਂ ਦੇ ਪੈਸੇ ਸਾਡੇ ਕੋਲ ਪਏ ਰਹਿੰਦੇ ਸੀ। ਉਹ ਬੈਂਕਾਂ ਤੇ ਵਿਸ਼ਵਾਸ ਨਹੀਂ ਸੀ ਕਰਦੇ ਪਰ ਸਿੱਖਾਂ ਦੇ ਉੱਪਰ ਵਿਸ਼ਵਾਸ ਕਰਦੇ ਸੀ। ਸੋ ਜਿਸ ਕੌਮ ਨੇ ਬਿਲਕੁਲ ਉੱਥੇ ਘੱਟ ਗਿਣਤੀ ਦੇ ਬਾਵਜੂਦ ਵੀ ਇੱਕ ਵੱਡੇ ਕਹਿ ਸਕਦੇ ਹੋ ਕਿ ਇਸਲਾਮ ਦੇ ਰਾਜ ਵਾਲੇ ਖਿੱਤੇ ਦੇ ਵਿੱਚ ਇੰਨੀ ਭਰੋਸੇਯੋਗਤਾ ਬਣਾਈ ਹੋਵੇ, ਉਸ ਕੌਮ ਦਾ ਉੱਥੋਂ ਉੱਜੜ ਜਾਣਾ ਤੇ ਲੱਖਾਂ ਦੀ ਗਿਣਤੀ ਤੋਂ ਅੱਜ ਕਹਿ ਸਕਦੇ ਹੋ ਕਿ ਕੁਝ ਸੈਂਕੜਿਆਂ ਦੇ ਭਾਵ ਕਿ 150 ਜਾਂ 200 ਸਿੱਖਾਂ ਦਾ ਉੱਥੇ ਰਹਿ ਜਾਣਾ, ਮੈਨੂੰ ਲੱਗਦਾ ਹੈ ਕਿ ਉਸ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਵਿਚਾਰਨ ਦੀ ਲੋੜ ਹੈ। ਬੇਸ਼ੱਕ ਸਿੱਖ ਜਿਹੜੇ ਨੇ ਉਹ ਕਾਫੀ ਹੱਦ ਤੱਕ ਹਿਜਰਤ ਕਰਕੇ ਯੂਰਪ ਜਾਂ ਹੋਰ ਦੇਸ਼ਾਂ 'ਚ ਜਾ ਚੁੱਕੇ ਨੇ, ਪਰ ਸਾਨੂੰ ਉਹਨਾਂ ਨਾਲ ਵੀ ਗੱਲ ਕਰਕੇ ਬੇਸ਼ੱਕ ਉਹ ਵਾਪਸ ਆਉਣਾ ਚਾਹੁਣ ਜਾਂ ਨਾ ਚਾਹੁਣ, ਪਰ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਜਾਂ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਜਿਹੜੇ ਉੱਥੇ ਬਰਬਾਦ ਹੋ ਚੁੱਕੇ ਨੇ, ਉਹਨਾਂ ਦੀ ਮੁੜ ਉਸਾਰੀ ਦੇ ਵਾਸਤੇ ਤਾਲਿਬਾਨ ਹਕੂਮਤ ਦੇ ਨਾਲ ਗੱਲ ਵਾਸਤੇ ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਨੂੰ ਤੇ ਇੱਥੇ ਜਿਹੜੀਆਂ ਪੰਜਾਬ ਵਿੱਚ ਸਾਡੀਆਂ ਨੁਮਾਇੰਦਾ ਸਿੱਖ ਸੰਸਥਾਵਾਂ ਨੇ, ਮੇਰੇ ਖਿਆਲ ਦੇ ਨਾਲ ਇਸ ਵਕਤ ਹੁਣ ਇੱਕ ਉਪਰਾਲਾ ਕਰਨ ਦੀ ਲੋੜ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।